गुरसरूप सासन नानक नाम चढ़दी कला तेरे भाणे सर्वता भला। यशवंती निरातार ताम पहला मुखियार बंद राग आसा हिंडोल। हम करने आए लोक भलाई दुख हर सतगुरु नाम त्याई। करम तरम एको कीने गुरुदेव संग प्रभ होवो सहाई। राज ताज तुम मोहे दिनों दासन दास सुनी अरजोई। राखो शरण अपनी ठाकुर जियो पूर्ण पुरख बनत बनाई। आपे हर पूरे परमेश्वर दर्शन दास राखो शरणाई यकीन। गुरु प्यारे सत्संग जीओ नानक नाम चढ़दी कला तेरे भाणे सर्वता भला। अज दा मजमून गुरु महाराज दर्शन दास जी दा है। ये मजमून इंगित करता है, इशारा करता है बाकी साढ़े जितने भी धार्मिक ग्रंथ हैं जिन्हां दे विचों जो साढ़े बिल्कुल नज़दीक हो पाया है साहिब गुरु ग्रंथ साहब पातशाह। इस संसार जगत के अंदर ये वाक लै रहे सी, असी सोचते पे सी कि इस दुनिया के अंदर जितने भी आयोजन प्रयोजन होंदे ने लोकां नूं बंदा बनाउण लई, अकल देण लई, सुमत देण लई, 10 गुरुआं ने साहिब गुरु ग्रंथ साहब पातशाह जी के अंदर इतना अकलां दा सोमा भर दिता है। हे संसार दे जीवो, इस संसार के अंदर मावां दी मां धरती की की महत्ता है, इस धरती के अंदर पानी की की महत्ता है और जीना किदां चाहिए, संजोग विजोग की ने, औलाद की है, सिमरन की है, नाम की है, परमात्मा नूं किदां पाया जा सकता है, आत्मा किदां बलवती हो सकती है, किहड़ियां चीज़ां सानू रुकावट पांदियां ने, किन्ना चीज़ां करके जी पिछे डिगदा है। मौत निश्चित है, जन्म जिहड़ा है ये भी निश्चित है, संजोग होना वियोग होना निश्चित है, कर्मां दी खेती भुगतान करनी है, चाहे कोई संत है चाहे कोई महात्मा है। मड़ियां दी अग ने सब नूं राख बना देना है, चाहे कोई पैगंबर है, चाहे कोई महात्मा है, चाहे कोई अवतार है, चाहे कोई आम बंदा है। इस धरती के उत्ते लोभ की है, लब की है, क्रोध की है, लोभ की है, अहंकार की है, इन्हां तो बचन का रस्ता की है और जिहड़े दे विच गृहस्थ ने उन्हां दा हल की है। जो परमात्मा नूं पाना चाहुंदे ने वो घर बार छड्ड के बाहर तुरे फिरदे ने, क्या ये सच है? और जिन्हां ने घर दे विच पा लिया है परमात्मा नूं, क्या ये भी ठीक है? गुरुद्वारे मंदिर मस्जिदां दी जगह की है साडे हिरदे दे विच, साडे स्थान दे विच, और गुरबाणी गुरां की बाणी दी वो अवस्था कित्थों तक साडे अंदर आई है जित्थों तक होनी चाहिए है।
ਸਾਨੂੰ ਲਗਭਗ 350 350 ਸਾਲ ਹੋ ਗਏ ਦਰਬਾਰ ਸਾਹਿਬ ਨੂੰ ਪੜ੍ਹਦਿਆਂ, ਸੁਣਦਿਆਂ, ਆਖਦਿਆਂ, ਕਰਦਿਆਂ, ਲਿਖਦਿਆਂ, ਛਾਪਦਿਆਂ। ਅੱਜ ਕੱਲ੍ਹ ਤਾਂ ਗੁਰਦੁਆਰਿਆਂ ਦੇ ਅੰਦਰ ਇੱਕ ਰੀਤ ਚੱਲ ਪਈ ਹੈ, ਇੱਧਰ ਮੁਖਵਾਕ ਹੋ ਰਿਹਾ ਹੈ, ਉੱਧਰ ਸਕਰੀਨ ਦੇ ਉੱਤੇ ਮੁਖਵਾਕ ਲਿਖਿਆ ਜਾ ਰਿਹਾ ਹੈ। ਗੁਰਦੁਆਰਿਆਂ 'ਚ ਜਾਈਏ, ਉੱਥੇ ਮੁਖਵਾਕ ਲਿਖਿਆ ਹੁੰਦਾ ਹੈ, ਲੱਗੇ ਥੱਲੇ ਉਹਦੇ ਮਤਲਬ ਲਿਖਿਆ ਹੁੰਦਾ ਹੈ। ਕੀਰਤਨ ਦੇ ਇਲਾਵਾ ਕੋਈ ਪਾਠ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਵੀ ਸਕਰੀਨ 'ਤੇ ਆ ਰਿਹਾ। ਉਸ ਦੇ ਬਾਅਦ ਸੈਂਚੀਆਂ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਅਰਥ ਕਮਾਲ ਕੀਤੇ ਪਏ ਨੇ। ਇਹੋ ਜਿਹੇ ਵੀ ਸੰਤ ਮਹਾਤਮਾ ਹੋਏ ਨੇ, ਮਸਲਨ ਜਿੱਦਾਂ ਭਗਵਾਨ ਰਜਨੀਸ਼ ਜਿਸ ਨੂੰ ਕਹਿੰਦੇ ਨੇ ਓਸ਼ੋ, ਜਿਤਨੇ ਉਸਨੇ ਸੁਖਮਨੀ ਸਾਹਿਬ ਦੇ, ਜਪਜੀ ਸਾਹਿਬ ਦੇ ਅਰਥਾਂ ਦਾ ਨਿਚੋੜ ਕੱਢ ਦਿੱਤਾ ਹੈ। ਇਹ ਲਾ ਲਓ, ਜਾਂ ਅਖਬਾਰਾਂ ਦੇ ਵਿੱਚ ਜਿਹੜੇ ਲੇਖ ਉਹਨਾਂ ਦੇ ਆਉਂਦੇ ਨੇ, ਜਾਂ ਸਾਡੀਆਂ ਧਾਰਮਿਕ ਕਿਤਾਬਾਂ 'ਚ ਜਿਹੜੇ ਲੇਖ ਹੁੰਦੇ ਨੇ। ਦਰਬਾਰ ਸਾਹਿਬ ਅਨੇਕਤਾ 'ਚੋਂ ਏਕਤਾ ਦੇ ਕਿਤਨੇ ਪ੍ਰਮਾਣ ਦਿੰਦਾ, ਕਿਤਨੇ ਫਾਇਦੇ ਦੱਸਦਾ, ਕਿਤਨੀਆਂ ਗੱਲਾਂ ਕਰਦਾ। ਔਰ ਦੁਨੀਆ ਦੇ ਅੰਦਰ ਜੋ ਕੁਝ ਹੋ ਰਿਹਾ ਹੈ, ਜੋ ਕੁਝ ਚੱਲ ਰਿਹਾ ਹੈ, ਜੋ ਕੁਝ ਕੀਤਾ ਜਾ ਰਿਹਾ ਹੈ, ਇਹ ਉਸ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੈ, ਉਸ ਈਸ਼ਵਰ ਦੀ ਮਰਜ਼ੀ ਦੇ ਨਾਲ ਹੈ। ਉਹਦੀ ਮਰਜ਼ੀ ਤੋਂ ਬਗੈਰ ਇਸ ਸੰਸਾਰ ਜਗਤ ਦੇ ਵਿੱਚ ਕੁਝ ਨਹੀਂ ਹੋ ਸਕਦਾ। ਔਰ ਜਿਸ ਤਰ੍ਹਾਂ ਤੁਸੀਂ ਔਰ ਅਸੀਂ ਆਪਸ ਦੇ ਵਿੱਚ ਗੱਲ ਕਰਦੇ ਹਾਂ, ਔਰ ਇੱਕ ਮੀਡੀਆ ਹੈ ਹਵਾ ਦਾ, ਜੋ ਸਾਡੀ ਗੱਲ ਤੁਹਾਡੇ ਤੱਕ ਪਹੁੰਚਾਉਂਦਾ, ਤੁਹਾਡੀ ਗੱਲ ਸਾਡੇ ਤੱਕ ਪਹੁੰਚਾਉਂਦਾ। ਇਸ ਤਰ੍ਹਾਂ ਹੀ ਪਰਮਾਤਮਾ ਵੀ ਕਿਧਰੇ ਹੈ, ਉਹਦੇ ਵਿਚਕਾਰ ਵੀ ਇੱਕ ਮੀਡੀਆ ਹੈ। ਇੱਕ ਪਾਸੇ ਅਸੀਂ ਹਾਂ, ਦੂਸਰੇ ਪਾਸੇ ਰੱਬ ਹੈ, ਇੱਕ ਪਾਸੇ ਆਤਮਾ ਹੈ, ਇੱਕ ਪਾਸੇ ਪਰਮਾਤਮਾ ਹੈ। ਇਹਦੇ ਵਿਚਕਾਰ ਵੀ ਕੋਈ ਮੀਡੀਆ ਹੈ, ਜਿਹਨੂੰ ਗੁਰੂ ਘਰ ਕਹਿ ਲਓ, ਮੁਰਸ਼ਦ ਕਹਿ ਲਓ, ਉਸ ਨੂੰ ਤੁਸੀਂ ਉਸਤਾਦ ਕਹਿ ਲਓ, ਸੱਜੀ ਬਾਂਹ ਕਹਿ ਲਓ, ਕੁਝ ਵੀ ਕਹਿ ਸਕਦੇ ਹੋ। ਭਾਈ ਸਾਹਿਬ ਸੁੱਤਾ ਹੈ ਕਿ ਨੀਂਦ ਆ ਗਈ, ਦੂਜਾ ਪੜ੍ਹ ਦੂ, ਉਹ ਆਜੂ ਕਿ ਕੌਣ ਕਰ ਜੂ। ਯਾਨੀ 10 ਅਵਤਾਰ ਪੀਰ ਪੈਗੰਬਰਾਂ ਦੀ ਔਰ ਇਤਨੇ ਭਗਤਾਂ ਦੀ ਬਾਣੀ ਸਾਡੇ ਵਾਸਤੇ, ਤੁਹਾਡੇ ਵਾਸਤੇ, ਸਭਨਾਂ ਦੇ ਵਾਸਤੇ, ਕੁੱਲ ਦੇਸ਼ ਦੇ ਬਾਰੇ ਜਿਹੜੀ ਬਾਣੀ ਸੂਰਜ ਦਾ ਸਾਨੂੰ ਬਿਆਨ ਕਰਦੀ ਹੈ, ਕੀ ਹੈ ਇਹਦੇ ਨਾਲ ਸਾਡਾ ਕੀ ਜੋੜ ਮੇਲ ਹੈ, ਇਹ ਸਿਤਾਰੇ ਕੀ ਹਨ, ਇਹ ਚੰਦਰਮਾ ਕੀ ਹੈ, ਇਹ ਧਰਤੀ ਆਕਾਸ਼ ਪਤਾਲ ਕੀ ਹੈ, ਇਹ ਦੁਨੀਆ ਦੇ ਅੰਦਰ ਪਹਾੜ ਕੀ ਨੇ, ਇਹ ਜਲਚਰ ਕੌਣ ਨੇ, ਨਵਚਰ ਕੌਣ ਨੇ, ਇਹ ਧਰਤੀ ਦੇ ਵਾਸੀ ਕੌਣ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਜ ਦੀ ਡੇਟ ਦੇ ਵਿੱਚ ਵਰਲਡ ਦਾ ਸਭ ਤੋਂ ਵੱਡਾ ਗਿਆਨ ਦਾ ਭੰਡਾਰ ਹੈ। ਔਰ ਇਤਨਾ ਵੱਡਾ ਭੰਡਾਰ ਹਿੰਦੁਸਤਾਨ ਨੇ ਪੈਦਾ ਕੀਤਾ, ਹਿੰਦੁਸਤਾਨ ਨੇ ਸੰਗਠਨ ਕੀਤਾ, ਇਕੱਠਾ ਕੀਤਾ, ਹਿੰਦੁਸਤਾਨ ਦੇ ਅੰਦਰ ਹੀ ਇਹ ਸਾਡੇ ਸਾਹਮਣੇ ਆਇਆ। ਭਾਵੇਂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ 18-20 ਭਾਸ਼ਾ ਕਹਿਣ ਵਾਲੇ ਕਹਿੰਦੇ ਨੇ, ਫਿਰ ਵੀ ਸਾਨੂੰ ਹਰ ਸ਼ਬਦ ਲਗਭਗ ਸਮਝ ਪੈਂਦਾ। ਗੁਰਾਂ ਦੀ ਬਾਣੀ ਕੀ ਕਹਿੰਦੀ ਹੈ, ਗੁਰੂ ਨਾਨਕ ਆਪਣੀ ਬਾਣੀ ਦੇ ਦੁਆਰਾ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦੇ ਨੇ, ਸਮੇਂ ਦੀ ਹਾਲਾਤ ਬਾਰੇ, ਵਕਤ ਦੀ ਹਾਲਾਤ ਬਾਰੇ, ਔਲਾਦ ਦੇ ਬਾਰੇ, ਮਾੜੇ ਬੰਦੇ ਬਾਰੇ, ਚੰਗੇ ਬੰਦੇ ਬਾਰੇ, ਅੰਮ੍ਰਿਤ ਵੇਲੇ ਬਾਰੇ, ਰਾਤ ਸੌਣ ਦੇ ਬਾਰੇ, ਭਜਨੀਕ ਹੋਣ ਦੇ ਬਾਰੇ, ਔਰ ਮਨੁੱਖ ਜਾਮੇ ਦੀ ਅਹਿਮੀਅਤ ਕੀ ਹੈ ਉਹਦੇ ਬਾਰੇ। ਕਿਆ ਕਿਸੇ ਗ੍ਰੰਥ ਨੇ ਮਨੁੱਖ ਜਾਮੇ ਦੀ ਅਹਿਮੀਅਤ ਨਹੀਂ ਸਮਝਾਈ? ਇਸ ਮਨੁੱਖ ਜਾਮੇ ਦੀ ਅਹਿਮੀਅਤ ਸਿਰਮੌਰ ਬਣਾ ਕੇ ਕਰਤੀ ਤੇ ਦੱਸਿਆ ਨਹੀਂ ਇਹ ਕਾਹਦੇ ਵਾਸਤੇ ਧਰਤੀ ਤੇ ਆਇਆ। ਜਿਹੜੀ ਚੀਜ਼ ਵੱਲੋਂ ਧਾਰਮਿਕ ਥਾਵਾਂ, ਧਾਰਮਿਕ ਗ੍ਰੰਥ, ਧਾਰਮਿਕ ਬਾਣੀ ਸਾਨੂੰ ਰੋਕਦੀ ਹੈ, ਮਰਜ਼ ਵੱਧਦਾ ਹੀ ਗਿਆ ਜਿਉਂ-ਜਿਉਂ ਦਵਾ ਕੀ। ਸਾਡੇ 3-4 ਮਹੀਨੇ ਪਹਿਲਾਂ ਖਿਆਲ ਹੈ ਕਿ ਇਹਨਾਂ ਨੂੰ ਇੱਕ ਐਸਾ ਇਹਨਾਂ ਨੂੰ ਠੋਕਰ ਮਾਰੀ ਜਾਵੇ ਕਿ ਇਹਨਾਂ ਨੂੰ ਪਤਾ ਲੱਗੇ ਕਿ ਰੱਬ ਜਿਹੜਾ ਹੈ ਤੁਸੀਂ ਵੀ ਹੋ, ਰੱਬ ਤੁਹਾਡੀ ਔਲਾਦ ਵੀ ਹੈ, ਰੱਬ ਤੁਹਾਡਾ ਮਾਤਾ ਪਿਤਾ ਵੀ ਹੈ, ਰੱਬ ਤੁਹਾਡੀ ਪਤਨੀ ਵੀ ਹੈ, ਰੱਬ ਤੁਹਾਡਾ ਪਤੀ ਵੀ ਹੈ, ਰੱਬ ਤੁਹਾਡਾ ਯਾਰ ਵੀ ਹੈ।
पर मन ला के तो वेखो, चित ला के तो वेखो, दिलों मन के तो वेखो, ख्यालों मन के तो वेखो। जब बुल्ले शाह ने नच नच के अपना शरीर तोड़ लिया, 12 साल कनका दे को रह करके नचना सीखिया। एक होर नचदा हुंदा सी इत्थे बंदा, महाराज कहंदे ने तेरा नचना इबादत बन जांदा जे नचने दा भी वल होवे। गनका कहंदी है चाहे ना तैनूं महाराज नवी एक नाची तैयार हुई है, इजाजत होवे तां कृपा होवे तां नचे। हाँ जी, नच नच के बुल्ले ने अपना आप तोड़ दिता। शाहनाथ अपने आसन तो उठे, गल ना ला लिया। उन्हें बुरका पाया सी बुल्ले शाह ने, बुरका चुकिया जदों तां ते शाहनाथ थके बके रह गए। तो उसकी शक्ल वेख के कहते बुलिया तू, उस वेले चरणों से टह पिया। कहना महाराज मैं बुला नहीं, मैं भुला हाँ। महाराज कहते बुलिया तू, कहते महाराज मैं बुला नहीं, मैं भुला हाँ। तो महाराज चरणों च डिग पिया ते मोढियां तो फड़ के बुले नूं खड़ा किया। महाराज ने अपने गल ना ला लिया। तो शाहनाथ कहंदे बुलिया तू ना बुला ते ना भुला, अज तो बुले शाह है, तां बुले शाह का नाम। ते कलगीधर पातशाह फरमांदे ने किधरे जान की लोड़ नहीं, साच कहूँ सुन लियो सबै, जिन प्रेम की उते नहीं प्रभै पायो। फिर अं कहांगे ये गुरबाणी दरबार साहब दी, रामायण दी, गीता दी, कुरान दी, चाहे वाणियाँ ने, रामचरितमानस है या महाभारत है, गीता कुछ भी है, चाहे यशवंती है, ये साडे तुहाडे वास्ते तां है जे असी इन्हां ते चलना है। नहीं तो उन्हां लई ने जिन्हां ने ये रचित कीतियां ने, जां उन्हां भगतां लई ने जिहड़े इसनूं पढ़ करके अपनी अवस्था नूं पर ले गए। कलगीधर पातशाह जी कहन लगे बई उन्हां दिनां च इन्ने पढ़े लिखे लोग नहीं सी। तो कलगीधर पातशाह कहन लगे देखो वही गल ये है कि जे नहीं इन्ना पढ़ सकते तुसीं ते घर जाके इहदा मालक दा ध्यान करियो, 5-7 बार सतनाम वाहिगुरू करियो। ते नेत्र बंद करके इदा उंगल रखियो थले, जेड़ी लैन आ जावे बस ओनू ही फड़ लियो। और गुरबाणी कहे सेवक जन माने, परतख गुरु निस्तारे। संगत खुश होगी। गया साडा गोगड़ा घर अपने, मुंदरले नेत्र, सतनाम वाहिगुरू 5 वार करके उंगल रखी, थले वेख्या की लिखिया, केते लै लै मुकर पाए। आंदा भाई तू वाकई साढ़े बाबे होनी है, लई जाओ खाई जाओ मुकरी जाओ, लई जाओ खाई जाओ मुकरी जाओ। हुण पुराना सेवक सी, मुखिया सेवक सी, 200 रुपये दे दी भाई, कल दे देंगे। अगले ने हफ्ता 10 दिन मंगने, जे महीने बाद मंगने कहना कदों लए सीगे, उन्हें कहना मजाक करता होगा। राशन ले लेना, कपड़े ले लेने, मगर मुकर जाना। करदे कराउंदे राशन वाले दे बिल, कपड़े वाले दे बिल, दुध वाले दे बिल, होर कईयां को उधार। वो सारे कहंदे वो तेरे तू भी उधार दे बैठा उन्होंने आया हो, वो तू भी दे बैठा हो, तेरे दिए पैसे नहीं, तेनू दिते नहीं,
ਕਹਿੰਦਾ ਤੂੰ ਮੁੱਕਰ ਜਾਂਦਾ, ਮੈਂ ਲਿਆ ਹੀ ਨਹੀਂ, ਮੈਂ ਤਾਂ ਦੁੱਧ ਲਿਆ ਹੀ ਨਹੀਂ, ਮੈਂ ਤਾਂ ਕੱਪੜਾ ਲਿਆ ਹੀ ਨਹੀਂ। ਕਈਆਂ ਨੇ ਕਿਹਾ ਉਹਨੂੰ, ਕਹਿੰਦਾ ਵੀ ਐਸਾ ਹੈ, ਮੈਂ ਝੂਠ ਨਹੀਂ ਬੋਲਦਾ, ਮਹਾਰਾਜ ਜੀ ਦੇ ਕੋਲ ਰਹਿੰਦਾ, ਸੱਚ ਬੋਲਦਾ, ਮੈਂ ਨਹੀਂ ਲਿਆ ਕੁਝ ਵੀ। ਉਹ ਕਹਿੰਦੇ ਇੱਦਾਂ ਨਹੀਂ, ਇਹਦੀ ਸ਼ਿਕਾਇਤ ਕਰੋ ਸਾਹਿਬਾਂ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਪਹੁੰਚ ਗਏ ਸਾਰੇ, ਇੱਦਾਂ ਹੱਥ ਜੋੜ ਕੇ ਖੜੇ ਹੋ, ਕਹਿੰਦੇ ਜੀ ਹੁਕਮ ਕੀ ਸਾਧ ਸੰਗਤ ਜੀਓ, ਕੀ ਹੋਇਆ? ਕਹਿੰਦੇ ਜੀ ਗੱਲ ਤੇ ਕੋਈ ਖਾਸ ਨਹੀਂ, ਗੱਲ ਇਹ ਆ ਕਿ ਪੈਸੇ ਨਹੀਂ ਦਿੰਦਾ, ਸਾਡੇ ਪੈਸੇ ਨਹੀਂ ਦਿੰਦਾ। ਸਾਰੇ ਕਹਿੰਦੇ ਹਾਂਜੀ ਹਾਂਜੀ। ਤੂੰ ਕਾਹਦੇ ਲੈਣੇ ਬਈ? ਦੁੱਧ ਦੇ। ਉਹ ਤੂੰ ਦੁੱਧ ਦੇ ਪੈਸੇ ਦੇਣੇ, ਤੂੰ ਰਾਸ਼ਨ ਦੇ ਲੈਣੇ? ਜੀ ਮੈਂ ਕੋਈ ਆ ਕੇ ਕੱਪੜੇ ਦੇ ਲੈਣੇ, ਕੋਈ ਆ ਕੇ ਉਧਾਰ ਦੇ ਲੈਣੇ। ਕਹਿੰਦੇ ਵੀ ਕੀ ਕਹਿੰਦੇ ਨੇ? ਕਹਿੰਦੇ ਮਹਾਰਾਜ ਜੀ ਝੂਠ ਬੋਲਦੇ ਨੇ, ਮੈਂ ਕਿਸੇ ਦੇ ਕੋਈ ਪੈਸੇ ਨਹੀਂ ਦੇਣੇ, ਤੁਹਾਡੇ ਸਾਹਮਣੇ ਝੂਠ ਥੋੜ੍ਹੀ ਬੋਲਦਾ। ਇਹ ਦੁੱਧ ਵਾਲਾ ਜਾਂ ਦੂਜਾ ਕਹਿੰਦਾ ਮੈਂ ਨਹੀਂ ਦੇਣੇ ਕਿਸੇ ਦੇ। ਮਹਾਰਾਜ ਸੋਚਣ ਕਿ ਇੱਥੇ ਰਹਿਣ ਵਾਲਾ ਬੰਦਾ ਝੂਠ ਨਹੀਂ ਬੋਲ ਸਕਦਾ। ਉਹ ਸਾਰੇ ਜਣੇ ਕਹਿਣ ਪੈਸੇ ਦਿੰਦਾ ਨਹੀਂ। ਮਹਾਰਾਜ ਨੇ ਜਰਾ ਕਿ ਧਿਆਨ ਮਾਰਿਆ ਤੇ ਉਹਨੇ ਸਾਰਿਆਂ ਦੇ ਪੈਸੇ ਦੇਣੇ ਸੀ। ਆਖਣ ਲੱਗੇ ਵੀ ਐਸਾ ਗੁਰਸਿੱਖਾ, ਤੂੰ ਤਾਂ ਪੈਸੇ ਦੇਣੇ ਨੇ ਸਾਰਿਆਂ ਦੇ, ਝੂਠ ਕਿਉਂ ਬੋਲਦਾ? ਕਹਿੰਦਾ ਜੀ ਗੱਲ ਇਹ ਹੈ, ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਕਿਹਾ ਸੀ, ਫਰਮਾਇਆ ਸੀ, ਸਾਰੀ ਬਾਣੀ ਤੇ ਨਾ ਕੋਈ ਚੱਲ ਸਕਦਾ, ਨਾ ਤੁਰਿਆ ਜਾਂਦਾ। ਇੱਕ ਮੰਨੇ ਕੇ ਚਿੱਤ ਹੋ ਕੇ ਪੰਜਵਾਂ ਸਤਨਾਮ ਵਾਹਿਗੁਰੂ ਆਖੋ, ਜਿੱਥੇ ਉਂਗਲ ਰੱਖੀ ਜਾਵੇ ਉਹ ਵੇਖ ਲਓ। ਕਹਿੰਦਾ ਆਪਣੀਆਂ ਮੌਜਾਂ ਹੁੰਦੀਆਂ। ਕੀ ਲੈਣ ਨਿਕਲੀ ਹੈ? ਨਿਕਲੀ ਸੀ ਜੀ ਕਿਤੇ ਲੈ ਲੈ ਮੁੱਖਰ ਪਾਏ। ਕਹਿੰਦੇ ਆਪਾਂ ਤਾਂ ਉਹਨਾਂ ਦੇ ਲਈ ਜਾਂਦੇ, ਖਾਈ ਜਾਂਦੇ ਤੇ ਮੁੱਕਰੀ ਜਾਂਦੇ, ਆਪਾਂ ਤਾਂ ਦੇਣੇ ਨਹੀਂ। ਕਹਿੰਦੇ ਮੌਜਾਂ ਲੱਗੀਆਂ ਨੇ। ਉਹ ਕਹਿੰਦੇ ਅੱਗੇ ਲੈਣ ਪੂਰੀ ਤਾਂ ਹੋਈ ਨਹੀਂ, ਅਗਲੇ ਬੰਨੇ ਵੇਖ ਨਾ ਉੱਥੇ ਵੀ ਕੀ ਲਿਖਿਆ, ਕਿਤੇ ਮੂਰਖ ਖਾਏ ਖਾਏ। ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਰੇ ਸ਼ੁਰੂ 'ਚ 15 ਕੁ ਮਿੰਟ ਲਾਏ ਕਿ ਦੁਨੀਆ ਦਾ ਕਿਹੜਾ ਸਵਾਲ ਹੈ ਜਿਹਦਾ ਜਵਾਬ ਨਹੀਂ, ਦੁਨੀਆ ਦੀ ਕਿਹੜੀ ਮੁਸ਼ਕਿਲ ਹੈ ਜਿਹੜਾ ਉਹਨਾਂ ਨੇ ਹੱਲ ਨਹੀਂ ਦਿੱਤਾ, ਦੁਨੀਆ ਦਾ ਕੋਈ ਚੰਗਾ ਔਰ ਮਾੜਾ ਦਿਨ ਤਿਉਹਾਰ ਕਿਹੜਾ ਹੈ ਜਿਹਦੇ ਬਾਰੇ ਉਹਨਾਂ ਨੇ ਨੌਲੇਜ ਨਹੀਂ ਦਿੱਤੀ। ਕਿੱਦਾਂ ਵਰਤੀਦਾ, ਕਿੱਦਾਂ ਰਹੀਦਾ, ਕੀ ਖਾਈਦਾ, ਕੀ ਪੀਦਾ, ਕਿੱਦਾਂ ਉੱਠੀਦਾ, ਕਿੱਦਾਂ ਬੈਠੀਦਾ, ਜੀਵਨ 'ਚ ਕਹਿੰਦੇ ਨੇ ਕਿ ਕਿਹੜੀ ਚੀਜ਼ ਸਾਨੂੰ ਸੁੱਖ ਦੇ ਸਕਦੀ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਗੱਲ ਹੀ ਖਤਮ ਕਰਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ। ਇਹਨਾਂ ਦੇ ਵਿੱਚ ਕਈ ਐਸੇ ਨੇ ਜਿਹੜੇ ਸਿਰਫ ਜਲ ਲੈਣ ਗੱਲ ਕਰਨੀ ਆਉਂਦੇ ਨੇ, ਉਸ ਰਾਮ ਨਾਲ ਜੁੜਨ ਨਹੀਂ ਆਉਂਦੇ, ਰਾਮ ਨਾਮ ਲੈਣ ਨਹੀਂ ਆਉਂਦੇ। ਆ ਜਿਹੜੇ ਇਹ ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜੇ ਮੁਰਦਾਰ ਨਾ ਖਾਏ। ਕਿ ਸਮਝ ਪੈ ਜੇ ਸਾਨੂੰ ਕਿ ਕ੍ਰਿਸ਼ਨ ਮਹਾਰਾਜ ਦੇ ਪੁੱਛੇ ਬਗੈਰ, ਕ੍ਰਿਸ਼ਨ ਮਹਾਰਾਜ ਦੇ ਪੁੱਛੇ ਬਗੈਰ ਜੇ ਸੁਦਾਮਾ ਜੀ ਨੇ 3 ਮੁੱਠੀ ਛੋਲੇ ਖਾ ਲਏ ਹੱਕ, तो कितनी गुरबत चली। जद तक उसने ओदे बदले 3 मुठा तांदूल नहीं दिते जाके और कृष्ण ने खा के स्वीकार नहीं किते, हक दब लिया तो उधर कृष्ण महाराज ने दब लिया। अंतर कपट बाहर तन स्वा, गल पाथर कैसे तरया था। जे तुहाडे को कैसेट हुण फिर सुनियो, वो की कहंदी है, भगत रविदास दा क्यों दिता उहदे च। उस बंदे नूं गंगा राम नूं समझ नहीं आई कि तैनूं एक दमड़ी दिंदा पिया ते कहंदा गंगा रामा हरिद्वार जाके ते गंगा मैया ने मेरी भेंट दे दी, पर एक शर्त है, अगर गंगा मैया बाहर हाथ कढ़ के लवे फिर दवी। पहला अपनियां लियांदियां भेंटां दित्तियां,
ਜਦੋਂ ਜਾਣ ਲੱਗਾ ਤਾਂ ਗੰਗਾ ਮਈ ਨੇ ਆਵਾਜ਼ ਮਾਰੀ, ਮੇਰੇ ਪੁੱਤ ਨੇ ਜਿਹੜਾ ਭੇਜਿਆ ਪ੍ਰਸ਼ਾਦ ਤਾਂ ਦਿੱਤਾ ਨਹੀਂ। ਜਦ ਦੇਣ ਲੱਗਾ ਤਾਂ ਕਹਿਣ ਲੱਗਾ ਕਿ ਉਹ ਕਹਿੰਦੇ ਸਨ ਕਿ ਬਾਹਰ ਬਾਂਹ ਕੱਢ ਕੇ। ਗੰਗਾ ਮਈਆ ਨੇ ਬਾਹਰ ਬਾਂਹ ਕੱਢੀ ਔਰ ਉਹ ਦਮੜੀ ਲੈ ਲਈ। ਜਾਣ ਲੱਗਾ ਗੰਗਾ ਰਾਮ ਕਹਿੰਦੇ ਮੇਰੇ ਪੁੱਤ ਨੂੰ ਨਿਸ਼ਾਨੀ ਵੀ ਦੇ ਦੀ। ਦੂਸਰੇ ਬੰਨਿਓ ਕੰਗਣ ਲਾ ਕੇ ਉਹਨੂੰ ਫੜਾਤਾ। ਕਹਿ ਦਵੀਂ ਗੰਗਾ ਰਾਮਾ ਮੇਰੇ ਰਵਿਦਾਸ ਨੂੰ, ਪੁੱਤ ਤੇਰੀ ਸੇਵਾ ਕਬੂਲ ਹੋ ਗਈ। ਐਡਾ ਵੱਡਾ ਕੌਤਕ ਵੇਖ ਕਰਕੇ, ਇਤਨਾ ਵੱਡਾ ਕੌਤਕ ਵੇਖ ਕਰਕੇ ਸਾਰੀ ਉਮਰ ਗੰਗਾ ਰਾਮ ਗੰਗਾ ਜਾਣ ਵਾਲਾ, ਉਸਨੇ ਇਹ ਕੌਤਕ ਕਦੇ ਵੇਖਿਆ ਨਹੀਂ ਸੀ। ਅੱਜ ਗੰਗਾ ਮਈਆ ਦੇ ਦਰਸ਼ਨ ਹੋ ਗਏ ਇਸੇ ਬਹਾਨੇ ਕਿ ਗੰਗਾ ਮਈਆ ਨੇ ਸਾਖਸ਼ਾਤ ਹੋ ਗਿਆ, ਸਾਖਸ਼ਾਤਕਾਰ ਹੋ ਗਿਆ। ਤੇ ਜਦੋਂ ਕੰਗਣ ਲੈ ਕੇ ਘਰ ਜਾਂਦਾ ਹੈ, ਜੋ ਮਾਂ ਨੇ ਕਿਹਾ ਸੀ ਮੇਰੇ ਪੁੱਤ ਨੂੰ ਦੇ ਦੇਵੀਂ, ਤੇ ਦਿਲ ਬੇਈਮਾਨ ਹੋ ਜਾਂਦਾ ਹੈ। ਉਸਨੇ ਨਹੀਂ ਦਿੱਤਾ, ਉਸਨੇ ਨਹੀਂ ਦਿੱਤਾ। ਇਤਨਾ ਵੱਡਾ ਕੌਤਕ, ਲੋਕੀ ਕਹਿੰਦੇ ਨੇ ਕੌਤਕ ਵਿਖਾਓ, ਕੁਝ ਵਿਖਾਓ ਤਾਂ ਤੁਹਾਨੂੰ ਰੱਬ ਮੰਨੀਏ, ਸਾਨੂੰ ਕੁਝ ਵਿਖਾਓ ਤਾਂ ਤੁਹਾਨੂੰ ਰੱਬ ਮੰਨੀਏ। ਇਸ ਤੋਂ ਵੱਧ, ਇਸ ਤੋਂ ਵੱਡਾ ਕੌਤਕ ਕਿਹੜਾ ਹੋ ਸਕਦਾ? ਜੇ ਜਲ ਦੇ ਵਿੱਚੋਂ ਗੰਗਾ ਮਈਆ ਪ੍ਰਗਟ ਹੋ ਕੇ ਕਹਿੰਦੀ ਹੈ ਮੇਰੇ ਭਗਤ ਦੀ ਲਿਆਂਦੀ ਹੋਈ ਅਮਾਨਤ ਤੂੰ ਦੇ ਦੇ। ਉਹ ਦਮੜੀ ਭਗਤ ਰਵਿਦਾਸ ਦੀ ਜਦ ਮਾਂ ਦੇ ਹੱਥੇ ਰੱਖੀ, ਜਾਣ ਲੱਗਾ ਗੰਗਾ ਰਾਮ, ਤੇ ਉਸਨੇ ਕਿਹਾ ਮੇਰੇ ਪੁੱਤ ਨੂੰ ਕੰਗਣ ਦੇ ਦਵੀਂ, ਕਹਿ ਦਵੀਂ ਰਵਿਦਾਸਾ ਤੇਰੀ ਸੇਵਾ ਕਬੂਲ ਹੋ ਗਈ। ਇਤਨਾ ਵੱਡਾ ਕੌਤਕ ਵੇਖ ਕੇ ਵੀ ਗੰਗਾ ਰਾਮ ਬੇਈਮਾਨ ਹੋ ਜਾਂਦਾ ਹੈ। ਤੇ ਪਹਿਲਾਂ ਸੇਵਾ ਨਹੀਂ ਸੀ ਉਹਦੀ ਪ੍ਰਵਾਨ ਹੁੰਦੀ, ਗਾਂ ਵੀ ਕਿੱਥੋਂ ਹੋਣੀ ਹੈ? ਤੇ ਕਿਹੜੀ ਗੰਗਾ ਜੋ ਪ੍ਰਵਾਨ ਕਰਾਉਣ ਜਾਂਦਾ ਹੈ, ਜਿਹਦੇ ਨਾਲ ਧੋਖਾ ਕਰਦਾ ਹੈ, ਅਮਾਨਤ 'ਚ ਖਿਆਨਤ ਕਰਦਾ ਹੈ, ਉਹਨੂੰ ਦਿੰਦਾ ਨਹੀਂ ਜਾ ਕੇ। ਉਹ ਕੜਾ ਘਰ ਲੈ ਗਿਆ, ਉਹ ਕੰਗਣ ਘਰ ਲੈ ਗਿਆ। ਘਰ 'ਚ ਗੁਰਬਤ ਹੋਣੀ ਸ਼ੁਰੂ ਹੋ ਗਈ, ਅਮੀਰੀ ਸਭ ਜਾਂਦੀ ਲੱਗੀ। ਜੇ ਸੇਠ ਦਾ ਸਮਾਨ ਲੈ ਕੇ ਜਾਂਦਾ ਸੀ, ਸਭ ਸੇਠ ਦਾ ਮਾਲ ਚਲਾ ਗਿਆ ਇੱਧਰ ਉੱਧਰ। ਅਖੀਰ ਦੇ ਉੱਤੇ ਉਹ ਕੰਗਣ ਹੀ ਰਹਿ ਗਿਆ। ਸੁਨਿਆਰੇ ਨੂੰ ਵੇਚਿਆ, ਹੁਣ ਚਕਾ ਚੌਂਧ ਹੋ ਗਿਆ ਸੁਨਿਆਰੇ ਦੀ ਅੱਖਾਂ, ਜੋ ਮਿਲਿਆ ਲੈ ਲਿਆ। ਸੁਨਿਆਰਾ ਕਹਿਣ ਲੱਗਾ ਵੀ ਇੰਨੀ ਕੀਮਤੀ ਚੀਜ਼ ਹੈ, ਕੋਈ ਚੁੱਕ ਨਾ ਲਵੇ, ਕੋਈ ਛਾਪਾ ਨਾ ਪੈ ਜਾਏ, ਚਲੋ ਰਾਜੇ ਨੂੰ ਦੇ ਆਉਂਦੇ, ਰਾਜੇ ਨੂੰ ਭੇਂਟ ਕਰ ਦਿੰਦੇ। ਰਾਜੇ ਨੂੰ ਭੇਂਟ ਕਰਨ ਗਿਆ, ਉਹਨੇ ਰੱਖ ਲਿਆ, ਜੋ ਦੇਣਾ ਸੀ ਦੇ ਦਿੱਤਾ। ਉਹਨੇ ਆਪਣੀ ਰਾਣੀ ਨੂੰ ਦੇ ਦਿੱਤਾ, ਪਟਰਾਣੀ ਨੂੰ। ਉਹਨੇ ਜਦੋਂ ਇੱਕ ਕੜਾ ਪਾਇਆ, ਕਹਿੰਦੀ ਐਸ ਹੱਥ 'ਚ ਤਾਂ ਹੈ ਨਹੀਂ, ਦੂਜਾ ਵੀ ਚਾਹੀਦਾ। ਉਹ ਕਹਿੰਦੀ ਜੀ ਹੂੰ ਮੈਨੂੰ ਨਾ ਦੂਜਾ ਵੀ ਚਾਹੀਦਾ, ਜਾਂ ਇਹ ਨਹੀਂ ਸੀ ਲਿਆ ਕੇ ਦੇਣਾ, ਮੈਨੂੰ ਦੂਜਾ ਵੀ ਚਾਹੀਦਾ, ਨਿਸ਼ੇਧ ਨੇ ਤੇ ਲਿਆ ਕੇ ਦੇਣਾ। ਉਹ ਕਹਿੰਦੇ ਮੈਂ ਕਿਹੜਾ ਲਿਆ ਕੇ ਆਇਆ ਕਿਤੇ, ਇੱਦਾਂ ਸੁਨਿਆਰਾ ਇਸ ਦੇ ਗਿਆ। ਐਲਕਾਰ ਭੇਜੇ ਗਏ, ਸੁਨਿਆਰਾ ਆਇਆ, ਉਹ ਕਹਿੰਦਾ ਜੀ ਮੈਂ ਤਾਂ ਬਣਾਇਆ ਨਹੀਂ, ਨਾ ਇੱਦਾਂ ਦਾ ਬਣ ਸਕਦਾ, ਪਤਾ ਨਹੀਂ ਕਿਹੜੇ ਮਟੀਰੀਅਲ ਦਾ ਬਣਿਆ, ਮੇਰੇ ਕੋਲ ਵੇਚਣ ਆਇਆ ਸੀ ਕੋਈ ਸ਼ਾਹੂਕਾਰ, ਉਹਨੂੰ ਫੜ ਕੇ ਲਿਆਂਦਾ। ਉਹ ਕਹਿੰਦਾ ਜੀ ਮੇਰੇ ਕੋਲ ਨਹੀਂ ਹੈਗਾ, ਨਾ ਮੇਰਾ ਸੀਗਾ, ਇਹ ਗੰਗਾ ਰਾਮ ਗਿਆ ਸੀ, ਇਹ ਲਿਆਇਆ ਸੀ ਕਿਤੇ। ਹੁਣ ਗੰਗਾ ਰਾਮ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰਾ ਤਾਂ ਹੈ ਨਹੀਂ, ਮੈਨੂੰ ਤਾਂ ਮਾਤਾ ਨੇ ਦਿੱਤਾ ਸੀਗਾ। ਹੁਣ ਉੱਥੇ ਮਾਤਾ ਲੱਭੇ ਨਾ, ਮੁੜ ਕੇ ਭਗਤ ਰਵਿਦਾਸ ਜੀ ਕੋ ਆਏ, ਕਹਿ ਇਹਦੇ ਨਾਲ ਦਾ ਕੰਗਣ ਹੈਗਾ ਤੁਹਾਡੇ ਕੋਲ, ਉਹ ਦੇ ਦਿਓ। ਉਹਨੇ ਆਪਣੀ ਸਿਲਾ ਚੁੱਕੀ ਤੇ ਥੱਲੇ ਕੰਗਣ ਹੀ ਕੰਗਣ ਭਰੇ ਪਏ। ਜਿਹੜਾ ਚਮੜੇ ਦਾ ਕੰਮ ਕਰਦਾ ਹੋਇਆ ਦੁਨੀਆ ਦੀ ਜੁੱਤੀਆਂ ਗੰਢਦਾ ਹੈ, ਤੇ ਜਿਹੜਾ ਉਹਦੇ ਕੋਲ ਆ ਜਾਂਦਾ ਉਹਨੂੰ ਰੱਬ ਨਾਲ ਵੀ ਗੰਢ ਦਿੰਦਾ ਹੈ। ज़्यादा ना कहते हुए यहीं पर आपसे इजाज़त चाहेंगे। नानक नाम चढ़दी कला।
ਹੈ ਸਰਬੱਤ ਦਾ ਭਲਾ।